ना एक ऑडियो मैसेज शामिल करेंगे, सुनते हैं ये साहब क्या मैसेज देते। अस्सलामुअलैकुम रहमतुल्लाह मुबारकातुहू। आपकी आवाज़ वाले सारिਆਂ ਨੂੰ ਤੁਹਾਨੂੰ ਨਾ ਮੇਰੀ ਤਰਫੋਂ ਅਸਲਾਮ ਤੇ ਜੁਮਾ ਮੁਬਾਰਕ ਹੋਇਆ। ਜੁਮੇ ਦਾ ਦਿਨ ਹੈ 24 ਤਾਰੀਖ ਜੂਨ ਦੀ ਹੈ ਤੇ ਥੋੜੀ ਦੇਰ ਪਹਿਲੇ ਮੈਂ ਨਾ ਤਕਰੀਰ ਸੁਣਦਾ ਪਿਆ ਸ਼ਬਾਜ਼ ਸ਼ਰੀਫ ਸਾਹਿਬ ਦੀ ਤੇ ਉਹ ਗੱਲਬਾਤ ਮੈਂ ਜਿਹੜੀ ਸੁਣੀ ਹੈ ਨਾ ਉਹ ਮੇਰੀ ਤੇ ਰਸਾਈ ਨਹੀਂ ਹੈ ਇਹਨਾਂ ਤੱਕ ਕੋਈ ਗੱਲ ਪਹੁੰਚਾ ਸਕਣਾ ਜਾਂ ਸੁਣ ਸਕਦੇ ਤੇ ਤੁਹਾਡਾ ਪ੍ਰੋਗਰਾਮ ਮਾਸ਼ਾਅੱਲਾ ਅੱਲਾ ਹੋਰ ਤਰੱਕੀ ਦੇ ਤੁਹਾਡੇ ਪ੍ਰੋਗਰਾਮ ਨੂੰ ਤੇ ਇਹਦੇ ਜ਼ਰੀਏ ਰਸਾਈ ਹੋ ਸਕਦੀ ਮੁਮਕਿਨ ਹੈ ਕਿ ਗੱਲ ਅਸਲ ਵਿੱਚ ਇਹ ਕਿ ਮੈਂ ਇਸ ਇੱਕ ਛੋਟੇ ਜਿਹੇ ਸ਼ੋਬੇ ਵਿੱਚੋਂ ਗੁਜ਼ਰੇ ਹਾਂ। ਉਹਦੇ ਮੁਤਾਬਕ ਤੁਹਾਨੂੰ ਮੈਂ ਦੱਸ ਲਗਾ ਇਹਨਾਂ ਦੀ ਗੱਲਬਾਤ ਟੈਕਸ ਦੀ ਜਿਹੜੀ ਹੈ। ਮੈਂ ਇੱਕ ਛੋਟੀ ਜਿਹੀ ਦੁਕਾਨ ਤੇ ਟਾਫੀ ਦੀ ਬਣਾਈ ਸੀ ਤੇ ਉਹ ਫਿਰ ਮੈਨੂੰ ਫਾਲਜ ਹੋ ਗਿਆ ਤੇ 7 ਸਾਲ ਹੋ ਗਏ ਨੇ ਤੇ ਉਹ ਫਿਰ ਮੈਂ ਖਤਮ ਹੋ ਗਈ ਦੁਕਾਨ, ਉਹ ਖਰਾਬ ਹੋ ਗਿਆ ਕੰਮ। ਗੱਲ ਅਸਲ ਜਿਹੜੀ ਕਰਨ ਵਾਲੀ ਉਹ ਇਹ ਵੇ ਕਿ ਕਹਿੰਦੇ ਨੇ ਟੈਕਸ ਲਾਇਆ ਆਵਾਮ ਜਿਹੜੀ ਸਹੂਲਤ ਵਾਸਤੇ। ਇੱਕ ਵੱਡਾ ਜਿਹੜਾ ਮਤਲਬ ਕੋਈ ਬੰਦਾ ਚੀਜ਼ਾਂ ਬਣਾਉਂਦਾ, ਕੰਪਨੀ ਜਿਹੜੀ ਚੀਜ਼ਾਂ ਬਣਾਉਂਦੀ ਹੈ ਉਹਨੂੰ ਟੈਕਸ ਲਾਇਆ ਸੀ। ਉਹਨਾਂ ਨੂੰ ਟੈਕਸ ਲਾਉਂਦੇ ਨੇ ਤੇ ਉਹ ਚੀਜ਼ ਨੂੰ ਜਿੰਨਾ ਟੈਕਸ ਲੱਗਦਾ ਉਨੀ ਮਹਿੰਗੀ ਕਰਕੇ ਅੱਗੋਂ ਉਹ ਤਾਜ ਜਿਹੜੇ ਉਹਨਾਂ ਕੋਲ ਲਿਆਉਂਦੇ ਨੇ ਉਹਨਾਂ ਨੂੰ ਮਹਿੰਗੀ ਕਰਕੇ ਵੇਚਦੇ ਨੇ। ਉਹਨਾਂ ਕੋਲ ਛੋਟੇ ਦੁਕਾਨਦਾਰ ਕੋਲ ਲਿਆਉਂਦੇ ਤੇ ਉਹ ਵੀ ਕੋਈ 4 ਛਿੱਲਾਂ ਲੈ ਕੇ ਤੇ ਉਹ ਦਿੰਦੇ ਨੇ, ਉਹ ਵੀ ਮਹਿੰਗੀ ਲਿਆਉਂਦੇ ਨੇ। ਫਿਰ ਕੋਈ ਛੋਟਾ ਦੁਕਾਨਦਾਰ ਲਿਆਉਂਦਾ ਉਹਨੇ ਰੁਪਈਆ ਖੰਡ 8 ਆਨੇ ਲੈਣੇ ਹੁੰਦੇ ਨੇ, ਉਹ ਵੀ ਮਤਲਬ ਕੁਛ ਮਹਿੰਗੀ ਥੋੜੀ ਰੁਪਈਆ ਖੰਡ ਲੈ ਕੇ ਕਰਕੇ ਵੇਚਦੇ ਨੇ। ਤੇ ਟੈਕਸ ਕਿਹਨੇ ਦਿੱਤਾ? ਫਿਰ ਖਰੀਦਦਾਰ ਨੇ, ਛੋਟੀ ਆਵਾਮ ਜਿਹੜੀ ਗਰੀਬ ਪਿਸਦੀ ਵੀ ਇਸ ਟੈਕਸ ਦੀ ਚੱਕੀ ਵਿੱਚ। ਇਹ ਟੈਕਸ ਕੰਪਨੀ ਦੀ ਚੀਜ਼ਾਂ ਬਣਾਉਂਦੇ ਉਹਨਾਂ ਨੇ ਬਿਲਕੁਲ ਜ਼ਰਾ ਵੀ ਟੈਕਸ ਨਹੀਂ ਦਿੱਤਾ। ਇਹ ਆਵਾਮ ਜਿਹੜੀ ਚੀਜ਼ ਖਰੀਦ ਕੇ ਖਾਂਦੀ ਏ 2-4 ਰੁਪਏ ਦੀ ਟੈਕਸ ਉਹ ਦੇ ਰਹੇ ਨੇ ਉਹਨਾਂ ਨੂੰ, ਵੱਡਿਆਂ ਨੂੰ ਨਾ ਕਿਸੇ। ਮੈਂ ਸ਼ਬਾਜ਼ ਸ਼ਰੀਫ ਸਾਹਿਬ ਦਾ ਛੜਿਆਂ ਕੱਲਿਆਂ ਦੀ ਗੱਲ ਨਹੀਂ ਕਰਦਾ, ਜਿੰਨੇ ਵੀ ਵਜ਼ੀਰ ਆਜ਼ਮ ਆਏ ਨੇ ਇਹ ਸਾਰਿਆਂ ਦਾ ਇਹ ਨਿਜ਼ਾਮ ਹੈ ਜੀ। ਕੰਪਨੀਆਂ ਨੂੰ ਅਸਾਂ ਟੈਕਸ ਲਾਤਾ, ਆਵਾਮ ਨੂੰ ਬਣਾਇਆ ਇਹਨਾਂ ਉੱਲੂ। ਆਵਾਮ ਗਰੀਬ ਪਿਸਦੀ ਹੈ ਵੀ ਇਹਨਾਂ ਗੱਲਾਂ ਸੁਣ ਕੇ ਕਿ ਟੈਕਸ ਲਾਇਆ ਮਹਿੰਗਾਈ ਘਟਾਉਣ ਲੱਗੇ ਨੇ, ਮਹਿੰਗਾਈ ਵਧਾਉਂਦੇ ਨੇ ਪਏ। ਟੈਕਸ ਉਹਨਾਂ ਨੂੰ ਲਾਉਂਦੇ ਨੇ, ਉਹ ਸਾਡੇ ਵਿੱਚੋਂ ਨਿਕਲਦਾ। ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਚੀਜ਼ ਉਨੀ ਮਹਿੰਗੀ ਕਰ ਲੈਂਦੇ ਨੇ। ਉਹਨਾਂ ਨੂੰ ਪੁੱਛਦੇ ਨਹੀਂ ਹੈ ਵੀ ਤੁਸੀਂ ਕਿਉਂ ਮਹਿੰਗੀ ਕੀਤੀ ਹੈ, ਟੈਕਸ ਲਾਇਆ, ਟੈਕਸ ਦਿਓ, ਚੀਜ਼ ਤਾਂ ਨਾ ਮਹਿੰਗੀ ਕਰੋ। ਇਹ ਇਹਨਾਂ ਤੱਕ ਗੱਲ ਮੁਮਕਿਨ ਤੁਹਾਡੇ ਰਸਾਈ ਨਾਲ ਸ਼ਾਇਦ ਪਹੁੰਚ ਜਾਏ। ਇਹ ਆਵਾਮ ਦੀ ਤਕਲੀਫ ਦੀ ਆਵਾਜ਼ ਹੈ, ਪੂਰੀ ਆਵਾਮ। ਮੈਂ ਇਕੱਲੇ ਦੀ ਗੱਲ ਨਹੀਂ, ਮੈਂ ਇਹ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਗਰੀਬ ਆਵਾਮ ਦੇ ਵਿੱਚ ਜਿਹੜੇ ਪਿਸਦੇ ਨੇ। ਮੈਂ 7 ਸਾਲ ਦਾ ਮਰੀਜ਼ ਫਾਲਜ ਦਾ, ਦਵਾਈ ਨਹੀਂ ਹਾਸਲ ਕਰ ਸਕਦਾ। ਬੜੇ ਇਹਨਾਂ ਦੇ ਮਤਲਬ ਪ੍ਰੋਗਰਾਮ ਹੈ ਦਵਾਈਆਂ ਤੇ ਫਲਾਂ ਤੇ ਟਮਕਾਨ ਤੇ ਇਹ ਮੇਰੀ ਇੱਕ ਦਿਨ ਦੀ ਦਵਾਈ 1000 ਰੁਪਏ ਦੀ ਹੈ ਤੇ ਬੈਠੇ ਆ ਤੇ ਅੱਲਾ ਦੇ ਆਸਰੇ ਦੇ ਬੈਠੇ ਆ। ਕੋਈ ਹਕੂਮਤ ਮਦਦ ਨਹੀਂ ਕਰ ਰਹੀ, ਬਿਮਾਰ ਦੀ, ਗਰੀਬ ਦੀ, ਕਿਸੇ ਕਾਰੋਬਾਰ ਦੀ ਕੋਈ ਮਦਦ ਨਹੀਂ ਹੋ ਰਹੀ। ਨਾ ਪਹਿਲੇ ਹੋਈ ਹੈ ਨਾ ਹੁਣ ਹੋ ਰਹੀ ਹੈ। ਇਹ ਜੀ ਫਲਾਣੇ ਇਕੱਠੇ ਕਰਾਂ ਦੇ ਫਲਾਣੇ, ਇਹਨਾਂ ਦੇ ਆਪਣੇ ਢਿੱਡ ਨਹੀਂ ਭਰਜਦੇ ਹਨ ਤੇ ਦੂਜਿਆਂ ਦਾ ਇਹਨਾਂ ਕੀ ਸੋਚਣਾ ਹੈ। ਇਹ ਆਵਾਮ ਦੇ ਨਸੀਬਾਂ ਵਿੱਚ ਮੁਕੱਦਰਾਂ ਵਿੱਚ ਲਿਖਤੀ ਅੱਲਾ ਦੇ ਕਿਸੇ ਦਿਨ ਮੁਕੱਦਰ ਇਹਨਾਂ ਦੇ ਬਿਹਤਰ ਕਰ ਦੇਦਾ ਮੁਲਕ ਦੇ ਤੇ ਮੁਸਲਮਾਨਾਂ ਦੇ। ਅੱਲਾ ਇਨਸ਼ਾਅੱਲਾ ਮਦਦ ਕਰੇਗਾ। ਇਹਨਾਂ ਨਾਲੋਂ ਕੋਈ ਸਾਨੂੰ ਠੰਡ ਨਹੀਂ ਹੈ ਕਿਸੇ ਵੱਲੋਂ ਵੀ। ਇਮਰਾਨ ਖਾਨ ਸਾਹਿਬ ਆਏ ਨੇ, ਬੱਲੇ ਬੱਲੇ ਪੂਰਾ ਮੁਲਕ ਇਮਰਾਨ ਖਾਨ ਸਾਹਿਬ ਦੇ ਨਾਲ ਹੋ ਗਿਆ। ਹੁਕੂਮਤ ਕਿੱਧਰ ਗਈ? ਅਗਲੇ ਨੇ ਲੁੱਟ ਲੁਟਾ ਕੇ ਪਤਾ ਨਹੀਂ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਤੇ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਤੁਸੀਂ ਵੀ ਸੁਣ ਰਹੇ। ਕੋਈ ਇੱਧਰੋਂ ਚੋਰ ਕਹਿੰਦਾ, ਕੋਈ ਇੱਧਰੋਂ ਡਾਕੂ ਕਹਿੰਦਾ। ਇਹ ਲੋਕਾਂ ਨੂੰ ਕਹਿੰਦੇ ਆਵਾਮ ਦੇ ਨਾਲ ਰਲੋ, ਇਹਨਾਂ ਦੀ ਮਦਦ ਕਰੋ। ਆਪਣੇ ਕੋਲ ਖਰਬਾਂ ਡਾਲਰ ਇਹਨਾਂ ਨੇ ਬਾਹਰ ਰੱਖੇ ਨੇ, ਇਹ ਆਪਣੇ ਕੋਲੋਂ ਕਿਉਂ ਨਹੀਂ ਖਰਚ ਕਰਦੇ? ਸੁੱਕੀ ਗਿੱਲੀ ਖਾ ਲਓ। ਇਹ ਆਪਣੇ ਕੋਲ ਦੱਸਣ ਸਾਹਮਣੇ ਬੈ ਟੀਵੀ ਤੇ ਦੱਸ ਰਿਹਾ ਸੁੱਕੀ ਖਾਣੇ ਪਿੱਛੇ ਨਾਲ ਸ਼ੋਰੇ ਨਾਲ। ਖੁਦਾ ਦੀ ਕਸਮ ਚੁੱਕ ਕੇ ਕਹਿੰਦਾ, ਮੈਂ ਕਸਮ ਚੁੱਕ ਕੇ ਮੈਂ ਅੱਜ ਬੱਚੇ ਨੂੰ ਕੀ ਭੇਜਿਆ, ਪੁੱਤਰ 4 ਲੈ ਆਇਆ ਕਰੂੰ, ਅੰਬ ਲੈ ਆਇਆ ਕਰੂੰ। ਉਹ ਅੰਬ ਏਡੇ ਮਹਿੰਗੇ ਹੋਏ ਨੇ, ਅੰਬ ਹੀ ਨਹੀਂ ਅਸੀਂ ਲੈ ਸਕਦੇ ਤੇ ਉਹ 4 ਅਸੀਂ ਉਹ ਸਾਲਣ ਕੋਲ ਘਿਓ ਮਹਿੰਗਾ ਤੇ ਹਾਲਾਤ ਕੋਨੀਆਂ ਨੇ ਇਹੋ ਜਿਹੇ। ਉਹ ਛੱਡ ਆਇਆ, ਅੰਬ ਮਹਿੰਗੇ ਨੇ ਤੇ ਉਹ 4 ਨਹੀਂ ਤੇਲ ਉਹ 4 ਚ ਪਾਣਾ ਤੇ ਤੇਲ ਜਿਹੜਾ ਉਹ 500 ਰੁਪਏ ਕਿਲੋ ਹੋ ਗਏ ਆ। ਕਿੰਨੇ ਤੇਲ ਕਿੰਨੇ ਪਾਣਾ? ਇਹ ਤੁਸੀਂ ਇਹ ਆਵਾਜ਼ ਮੇਰੀ ਮੁਮਕਿਨ ਹੋ ਸਕਦਾ ਇਹਨਾਂ ਕੋਲ ਜਿਨ੍ਹਾਂ ਨੂੰ ਟੈਕਸ ਲਾਇਆ ਜਾਏ ਉਹਨਾਂ ਨੂੰ
ਕਹੋਗੇ ਤੇ ਟੈਕਸ ਤੁਸੀਂ ਦਿਓ ਤੇ ਚੀਜ਼ ਤਾਂ ਨਾ ਮਹਿੰਗੀ ਕਰੋ, ਟੈਕਸ ਤੇ ਆਵਾਮ ਦੇ ਰਹੀ, ਤੁਸੀਂ ਕੀ ਦੇ ਰਹੇ ਹੋ। ਇਹ ਮੇਰੀ ਆਵਾਜ਼ ਤੁਹਾਡੇ ਜ਼ਰੀਏ ਪਹੁੰਚ ਜੇ ਇਹਨਾਂ ਤੱਕ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਆਵਾਮ ਸਾਰੀ ਜਿਹੜੀ ਇਹ ਨਹੀਂ ਇਹ ਬੇਵਕੂਫ बैठी है अभी, समझते ने सारे निज़ाम ਨੂੰ हालात तो गुजरदा। ये मैसेज शुक्रिया, आपका मैसेज प्रोग्राम में शामिल किया गया। अचार, आप खुद अंदाज़ा लगाए कि गरीब आदमी अचार के साथ रोटी भी नहीं खा सकता। आज मैं देख रहा था पार्लियामेंट, वो कह रहे थे जनाब वज़ीर आज़म की फैक्ट्री भी टैक्स देगी, वज़ीर आज़म के बच्चे भी टैक्स देंगे, मैं भी टैक्स दूँगा, वो जो मुफ्ता और ये जितने मुफ्ते हैं ये टैक्स देंगे। ये हराम खोर हैं, इन्होंने कहाँ से टैक्स देने हैं, ये कौम का पैसा चोरी करने आए हुए हैं। एक बंदा बता रहा है कि मैं अचार नहीं डाल सकता, और ये बता रहा है कि हम जनाब ये करेंगे वो करेंगे। लानत है यार आपके ऐसे बजट के ऊपर, ऐसे जो प्रोग्राम आप बना रहे हैं। सब्सक्राइब करें नाज़रीन, जुड़े रहें हमारे साथ।